ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਪ੍ਰੋਗਰਾਮ ਖਬਰ ਸਵੇਰ। ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਤੇ ਵੱਡੀਆਂ ਖਬਰਾਂ ਦੇ ਉੱਤੇ। ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਫਾਈਨਲ ਹੋ ਚੁੱਕੀ ਹੈ। ਕੌਣ ਹੋਵੇਗਾ ਉਮੀਦਵਾਰ ਤੇ ਕਿੰਨੇ ਉਮੀਦਵਾਰ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਤੇ ਉੱਥੇ ਹੀ ਚਰਨਜੀਤ ਸਿੰਘ ਚੰਨੀ ਕਿੱਥੋਂ ਚੋਣ ਲੜਨਗੇ, ਇਸ ਦੇ ਉੱਤੇ ਚਰਚਾ ਕਰਾਂਗੇ। ਤੇ ਨਾਲ ਹੀ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਸੀਟ ਸ਼ੇਅਰਿੰਗ ਨੂੰ ਲੈ ਕੇ ਸਿੰਘ ਫਸਦੇ ਵਿਖਾਈ ਦੇ ਰਹੇ ਨੇ। ਪੇਚ ਫਸਦਾ ਨਜ਼ਰ ਆ ਰਿਹਾ ਹੈ। ਆਖਰ ਦੋਵੇਂ ਧਿਰਾਂ ਦੇ ਵਿੱਚ ਸਹਿਮਤੀ ਕਿਉਂ ਨਹੀਂ ਬਣ ਪਾ ਰਹੀ, ਇਸ ਤੇ ਵੀ ਚਰਚਾ ਕਰਾਂਗੇ। ਤੇ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ। बहुत बहुत शुक्रिया, मेहरबानी, धन्यवाद गुरप्रीत जी। डॉक्टर साहब, जिस तरह खबर आ रही ने कि कांग्रेस की पहली सूची है वो लगभग फाइनल हो चुकी है, तो किहड़े वड्डे चेहरे ने इस दे विच लगदा है कि शामिल किए गए ने पहली लिस्ट दे विच? जी गुरप्रीत जी, देखो कल मीटिंग हुई है और अज भी यह मीटिंग होनी है, क्योंकि कई नावां दे उत्ते पेज फसिया होया नजर आ रहा है। ਉਹਦਾ ਵੱਡਾ ਕਾਰਨ ਇਹ ਹੈ ਕਿ ਕਈਆਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਨੇ। ਕਈ ਨਵੇਂ ਚਿਹਰੇ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਖਾਸ ਤੌਰ ਤੇ ਨੌਜਵਾਨਾਂ ਨੂੰ ਔਰ ਮਹਿਲਾਵਾਂ ਨੂੰ ਲੈ ਕੇ ਨਵੇਂ ਲੋਕਾਂ ਨੂੰ ਟਿਕਟ ਦੇਣੀਆਂ ਚਾਹੁੰਦੀ ਹੈ ਕਾਂਗਰਸ। ਸੋ ਇਸ ਕਰਕੇ ਉਮੀਦ ਹੈ ਕਿ ਅੱਜ ਇਹ ਲਿਸਟ ਫਾਈਨਲ ਹੋ ਜਾਏਗੀ। ਪਰ ਜਿਵੇਂ ਤੁਸੀਂ ਦੱਸਿਆ ਹੈ ਕਿ ਚੰਨੀ ਸਾਹਿਬ ਨੂੰ ਇਸ ਵਾਰੀ ਹੋ ਸਕਦਾ ਹੈ ਕਿ ਦੋ ਥਾਵਾਂ ਦੇ ਉੱਤੋਂ ਖੜਾ ਕੀਤਾ ਜਾਏ, ਇੱਕ ਤਾਂ ਜਲੰਧਰ ਸਾਈਡ ਤੋਂ ਔਰ ਦੂਸਰਾ ਹੈ ਕਿ ਉਹਨਾਂ ਦਾ ਜਿਹੜਾ ਆਪਣਾ ਖਾਸਮ ਖਾਸ ਜਿਹੜਾ ਹੈਗਾ ਇਲਾਕਾ ਹੈ ਉੱਥੋਂ ਵੀ ਮੁਰੰਡਾ ਸ਼ਹਿਰ ਤੋਂ ਖੜੇ ਹੋ ਸਕਦੇ ਨੇ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹੈਗੀ ਖਾਨਾ ਜੰਗੀ ਹੈ ਉਹ ਸ਼ੁਰੂਆਤ ਹੋਵੇਗੀ ਔਰ ਇਸੇ ਖਾਨਾ ਜੰਗੀ ਦੇ ਉੱਤੇ ਕੈਪਟਨ ਸਾਹਿਬ ਬਿਲਕੁਲ ਨਜ਼ਰ ਟਿਕਾਈ ਬੈਠੇ ਨੇ। ਔਰ ਉਹਨਾਂ ਦਾ ਵੱਡਾ ਕਾਰਨ ਇਹ ਹੈ ਕਿ ਕੈਪਟਨ ਸਾਹਿਬ ਦੀ ਜਿਵੇਂ ਤੁਸੀਂ ਦੱਸਿਆ ਹੈ ਕਿ ਉਹਨਾਂ ਨੇ ਇਹੀ ਸੋਚਿਆ ਕਿ ਜਿਹੜੇ ਲੋਕ ਕਾਂਗਰਸ ਛੱਡਣਗੇ ਉਹਨਾਂ ਲੋਕਾਂ ਨੂੰ ਕਾਂਗਰਸ ਉਹ ਆਪਣੀ ਕਾਂਗਰਸ ਦੇ ਵਿੱਚ ਸ਼ਾਮਲ ਕਰਨਗੇ, ਯਾਨੀ ਕਿ ਪੰਜਾਬ ਲੋਕ ਕਾਂਗਰਸ ਦੇ ਵਿੱਚ ਦਾ ਹਿੱਸਾ ਹੋਣਗੇ। ਸੋ ਜਿੱਥੋਂ ਤੱਕ ਅੱਜ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਜਿਹੜੀ ਕਿ ਸੱਤਾ ਦੇ ਵਿੱਚ ਹੈ, ਚੰਨੀ ਸਾਹਿਬ ਵਾਲੀ ਕਾਂਗਰਸ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਲਗਭਗ 60 ਨਾਵਾਂ ਦੀ ਲਿਸਟ ਜਿਹੜੀ ਹੈਗੀ ਆ। ਜਿਵੇਂ ਆਪਾਂ ਦੱਸਿਆ ਹੈ ਕਿ ਕੱਲ ਵੱਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਹਰੀਸ਼ ਚੌਧਰੀ ਜੀ ਸ਼ਾਮਲ ਹੋਏ, ਜਿਹਦੇ ਵਿੱਚ ਚੰਨੀ ਸਾਹਿਬ ਜੀ ਸ਼ਾਮਲ ਸੀਗੇ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਸ਼ਾਮਲ ਸੀਗੇ, ਜਿਹਦੇ ਵਿੱਚ ਸੁਨੀਲ ਜਾਖੜ ਜੀ ਸ਼ਾਮਲ ਸੀ, ਜਾਂ ਹੋਰ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਲੀਡਰ ਕਾਂਗਰਸ ਦੇ ਜਿਹੜੇ ਸੀਗੇ ਉਹ ਸ਼ਾਮਲ ਸੀਗੇ। ਔਰ ਲਗਾਤਾਰ ਕਈ ਘੰਟੇ ਉਹਦੇ ਉੱਤੇ ਆਪਸੀ ਜਿਹੜਾ ਹੈਗਾ ਡਾਇਲੌਗ ਚੱਲਦਾ ਰਿਹਾ ਔਰ ਕੱਲੀ ਸੀਟ ਨੂੰ ਲੈ ਕੇ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਮੰਥਨ ਹੋਇਆ। ਸੋ ਉਮੀਦ ਹੈ ਕਿ ਇਹ ਮੰਥਨ ਅੱਜ ਵੀ ਜਾਰੀ ਰਹੇਗਾ। ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਕਈ ਟਿਕਟਾਂ ਦੇ ਉੱਤੇ ਕਈ ਉਮੀਦਵਾਰਾਂ ਦੇ ਪੇਜ ਫਸੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਕਈਆਂ ਨੂੰ ਜਿਹੜੇ ਮੌਜੂਦਾ ਵਿਧਾਇਕ ਨੇ, ਸਿਟਿੰਗ ਵਿਧਾਇਕ ਨੇ, ਉਹਨਾਂ ਦੀ ਟਿਕਟ ਕੱਟਦੀ ਹੋਈ ਨਜ਼ਰ ਆ ਰਹੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਵਿਨੇਬਿਲਿਟੀ ਨਹੀਂ ਹੈ, ਜਾਂ ਕਈ ਜਿਹੜੇ ਨੇ ਉਹ ਆਪਣੇ ਅੱਗੇ ਦੋ ਟਿਕਟਾਂ ਲੈਣੀਆਂ ਚਾਹੁੰਦੇ ਨੇ, ਅੱਗੇ ਪਰਿਵਾਰਕ ਬੰਦਿਆਂ ਨੂੰ ਜਿਹੜੀਆਂ ਟਿਕਟਾਂ ਦੇਣੀਆਂ ਚਾਹੁੰਦੇ ਨੇ। ਉਹਨਾਂ ਦੇ ਵੀ ਜਿਹੜਾ ਹੈਗਾ ਉਹਨਾਂ ਨੇ ਬੜਾ ਇੱਕ ਸਖਤੀ ਦੇ ਨਾਲ ਫੈਸਲਾ ਲਿਆ ਹੈ ਕਿ ਇੱਕ ਪਾਰਟੀ ਦੇ ਵਿੱਚੋਂ ਇੱਕੋ ਹੀ ਪਰਿਵਾਰ ਨੂੰ ਟਿਕਟ ਮਿਲੇਗੀ। ਇਹ ਬਹੁਤ ਵੱਡਾ ਫੈਸਲਾ ਜਿਹੜਾ ਹੈਗਾ ਇਸ ਵੇਲੇ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਇਹ ਲਾਗੂ ਹੋ ਰਿਹਾ ਹੈ। ਔਰ ਇਹੀ ਕਾਰਨ ਹੈ, ਜਿਵੇਂ ਤੁਸੀਂ ਦੱਸਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਸੋਨੂ ਸੂਦ ਜੀ ਦੇ ਸਿਸਟਰ ਆਏ ਸੀਗੇ, ਪਰ ਉਹਨਾਂ ਨੇ ਕਿਹਾ ਕਿ ਇੱਕੋ ਪਰਿਵਾਰ ਦੇ ਇੱਕੋ ਹੀ ਮੈਂਬਰ ਨੂੰ ਟਿਕਟ ਮਿਲ ਸਕਦੀ ਹੈ, ਯਾਨੀ ਕਿ ਸੋਨੂ ਸੂਦ ਹੋਰਾਂ ਦੀ ਜਿਹੜੀ ਸਿਸਟਰ ਹੈ ਉਸ ਨੂੰ ਹੀ ਟਿਕਟ ਦੇਣਗੇ ਔਰ ਸੋਨੂ ਸੂਦ ਖੁਦ ਜਿਹੜੇ ਨੇ ਉਹ ਤੁਹਾਨੂੰ ਉਹਨਾਂ ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਜਦੋਂ ਕਿ ਪਹਿਲਾਂ ਉਮੀਦ ਕੀਤੀ ਜਾਂਦੀ ਸੀਗੀ ਕਿ ਸ਼ਾਇਦ ਸੋਨੂ ਸੂਦ ਖੁਦ ਜਿਹੜੇ ਨੇ ਉਹ ਸ਼ਾਮਲ ਹੋ ਕੇ ਟਿਕਟ ਲੈਣਗੇ, ਪਰ ਉਹਨਾਂ ਨੇ ਇਹੀ ਫੈਸਲਾ ਕੀਤਾ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਹੀ ਟਿਕਟ ਜਿਹੜੀ ਹੈਗੀ ਆ ਮਿਲੇਗੀ। ਔਰ ਦੂਸਰੇ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਨੇ ਵੀ ਕਿਸੇ ਵੇਲੇ ਇੱਛਾ ਜਤਾਈ ਸੀਗੀ ਕਿ ਮੇਰੇ ਬ੍ਰਦਰ ਨੂੰ ਟਿਕਟ ਦਿੱਤੀ ਜਾਵੇ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਤੁਸੀਂ ਦੇਖੋਗੇ ਕਿ ਕਾਂਗਰਸ ਦੇ ਵਿੱਚ ਵੱਡੇ ਲੀਡਰ ਨੇ ਜਿਹੜੇ ਚਾਹੁੰਦੇ ਨੇ ਕਿ ਮੇਰੀ ਪਤਨੀ ਨੂੰ ਜਾਂ ਮੇਰੇ ਭਰਾ ਨੂੰ ਜਾਂ ਕਿਸੇ ਹੋਰ ਨੂੰ, ਅਗਲੇ ਬੱਚਿਆਂ ਨੂੰ ਜਿਹੜੀ ਹੈਗੀ ਟਿਕਟ ਦਿੱਤੀ ਜਾਵੇ। ਉਸ ਤੋਂ ਵੀ ਇਸ ਵਾਰੀ ਗੁਰੇਜ਼ ਕੀਤਾ ਜਾ ਰਿਹਾ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਰਿਵਾਰ ਦਾ ਇੱਕੋ ਮੈਂਬਰ ਹੀ ਇਸ ਵੇਲੇ ਟਿਕਟ ਲੈ ਸਕੇਗਾ। ਔਰ ਦੂਸਰੇ ਪਾਸੇ ਜਦੋਂ ਅਸੀਂ ਬਾਕੀ ਪਾਰਟੀਆਂ ਦੀ ਗੱਲ ਕਰਦੇ ਹਾਂ, ਬਾਕੀ ਪਾਰਟੀਆਂ ਨੇ ਹਾਲਾਂਕਿ ਆਪਣੇ ਸਾਰੀਆਂ ਜਿਹੜੀਆਂ ਨੇ ਟਿਕਟਾਂ ਲਗਭਗ ਵੰਡ ਦਿੱਤੀਆਂ ਨੇ, ਚਾਹੇ ਉਹ ਅਕਾਲੀ ਦਲ ਹੈ ਜਾਂ ਬਸਪਾ ਹੈ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਹੈ। ਔਰ ਸਿਰਫ ਤੇ ਸਿਰਫ ਦੋ ਮੁੱਖ ਪਾਰਟੀਆਂ ਇਸ ਵੇਲੇ ਬਚਦੀਆਂ ਜਿਹੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ, ਜਿਹਦੇ ਵਿੱਚ ਬੀਜੇਪੀ ਔਰ ਕੈਪਟਨ ਸਾਹਿਬ ਦੀ ਪਾਰਟੀ ਹੈ
ਔਰ ਸੰਯੁਕਤ ਅਕਾਲੀ ਦਲ ਜਿਹੜਾ ਹੈਗਾ ਉਹ ਸ਼ਾਮਲ ਹੈ। ਸੋ ਉਹਨਾਂ ਨੂੰ ਵੀ ਜਿਹੜਾ ਹੈਗਾ ਟਿਕਟ ਦੇ ਉੱਤੇ ਜਿਹੜਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਔਰ ਉਹਨਾਂ ਦਾ ਜਿਹੜਾ ਮਸਲਾ ਹੈ ਟਿਕਟਾਂ ਦਾ ਉਹ ਜਲਦੀ ਹੱਲ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪਰ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੀ ਜਿਹੜੀ ਹੈਗੀ ਹੈ ਖਿੱਚੋਤਾਣ ਲਗਾਤਾਰ ਵੱਧ ਰਹੀ ਤੁਹਾਨੂੰ ਦਿਖਾਈ ਦੇਵੇਗੀ, ਔਰ ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਉਂ ਇਹ ਟਿਕਟਾਂ ਸਾਹਮਣੇ ਆਉਣਗੀਆਂ, ਉਮੀਦਵਾਰ ਜਿਹੜੇ ਨੇ ਕਈਆਂ ਦੇ ਨਾਂ ਕੱਟੇ ਜਾਣਗੇ, ਕਈਆਂ ਦੇ ਸ਼ਾਮਲ ਹੋਣਗੇ, ਤਾਂ ਇਹਦੇ ਵਿੱਚ ਖਾਨਾ ਜੰਗੀ ਹੋਰ ਬਹੁਤ ਜ਼ਿਆਦਾ ਵਧਣ ਦੀਆਂ ਸੰਭਾਵਨਾਵਾਂ ਤੁਹਾਨੂੰ ਨਜ਼ਰ ਆਉਣਗੀਆਂ ਗੁਰਪ੍ਰੀਤ ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਟਿਕਟਾਂ ਕੱਟਣ ਦੀ ਗੱਲ ਕੀਤੀ ਹੈ ਤਾਂ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਕਿ ਕਰੀਬ ਦਰਜਨ ਵਿਧਾਇਕ ਨੇ ਜਿਹੜੇ ਉਹਨਾਂ ਦੀ ਟਿਕਟ ਹੈ ਉਹ ਕੱਟ ਸਕਦੀ ਹੈ। ਤੁਸੀਂ ਇਸ ਦਾ ਕਾਰਨ ਕੀ ਸਮਝਦੇ ਹੋ ਕਿ ਜਿਹੜੇ ਵਿਧਾਇਕ ਦਾਗਦਾਰ ਸੀਗੇ, ਜਿਨ੍ਹਾਂ ਤੇ ਇਲਜ਼ਾਮ ਲੱਗੇ ਸੀਗੇ ਵੱਖ-ਵੱਖ ਤਰ੍ਹਾਂ ਦੇ, ਕਿ ਉਹਨਾਂ ਦੀ ਉਹ ਟਿਕਟ ਕੱਟ ਸਕਦੀ ਹੈ, ਜਾਂ ਨਵੇਂ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਲਿਆਇਆ ਜਾਣਾ, ਇਸ ਲਈ ਜਿਹੜੇ ਪੁਰਾਣੇ ਵਿਧਾਇਕ ਨੇ ਉਹਨਾਂ ਦੀ ਟਿਕਟ ਕੱਟ ਸਕਦੀ ਹੈ? ਕੀ ਕਾਰਨ ਸਮਝਦੇ ਹੋ? ਜੀ ਇਹੀ ਕਿਹਾ ਜਾ ਰਿਹਾ ਕਿ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਹੀ ਟਿਕਟਾਂ ਇਸ ਵਾਰੀ ਦਿੱਤੀਆਂ ਜਾਣਗੀਆਂ, ਔਰ ਉਹਨਾਂ ਨੇ ਕਿਹਾ ਕਿ ਜਿਹੜੀ ਹਾਈ ਕਮਾਂਡ ਹੈ ਉਹ ਇਸ ਵੇਲੇ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ ਕਿ ਪਿਛਲੀ ਪਰਫਾਰਮੈਂਸ 5 ਸਾਲ ਦੀ ਜਿਹੜੀ ਪਰਫਾਰਮੈਂਸ ਰਹੀ ਹੈ ਉਹਨਾਂ ਦੀ, ਉਹਨੂੰ ਦੇਖਿਆ ਜਾਵੇ, ਯਾਨੀ ਕਿ ਮੈਰਿਟ ਦੇ ਆਧਾਰ ਦੇ ਉੱਤੇ ਟਿਕਟਾਂ ਜਿਹੜੀਆਂ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਮੀਦ ਹੈ ਕਿ ਜਿਹੜਾ ਉਹਨਾਂ ਨੇ ਇੱਕ ਫਰੇਮਵਰਕ ਤਿਆਰ ਕੀਤਾ ਹੋਏਗਾ, ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਹਾਈ ਕਮਾਂਡ ਨੇ ਔਰ ਦਿੱਲੀ ਦੀ ਜਿਹੜੀ ਟੀਮ ਹੈ, ਔਰ ਉਸ ਟੀਮ ਦੇ ਦੁਆਰਾ ਜਿਹੜਾ ਵੀ ਨਿਰਧਾਰਿਤ ਨਿਯਮ ਹੋਣਗੇ ਜਾਂ ਫਰੇਮਵਰਕ ਹੋਏਗਾ, ਜੇਕਰ ਉਸ ਫਰੇਮਵਰਕ ਦੇ ਵਿੱਚ ਉਹ ਲੋਕ ਜਾਂ ਉਹ ਉਮੀਦਵਾਰ ਫਿੱਟ ਨਹੀਂ ਬੈਠਦੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਨੇ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ। ਸੋ ਉਮੀਦ ਹੈ ਕਿ ਜਿਵੇਂ ਤੁਸੀਂ ਦੱਸਿਆ ਹੈ ਕਿ ਦਰਜਨ ਤੋਂ ਉੱਪਰ ਜਿਹੜੇ ਨੇ ਮੌਜੂਦਾ ਸਿਟਿੰਗ ਵਿਧਾਇਕ ਨੇ, ਉਹਨਾਂ ਦੇ ਨਾਮ ਦੀ ਜਿਹੜੀ ਹੈਗੀ ਆ ਕੱਟਣ ਦੀਆਂ ਜਿਹੜੀਆਂ ਨੇ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੇਕਰ ਇਹ ਹੁੰਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਵਿਧਾਇਕ ਜਿਹੜੇ ਨੇ ਜਿਨ੍ਹਾਂ ਦੇ ਨਾਮ ਕੱਟੇ ਜਾਣਗੇ, ਇਹ ਕੈਪਟਨ ਸਾਹਿਬ ਦੇ ਨਾਲ ਜਾਂ ਬੀਜੇਪੀ ਦੇ ਨਾਲ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖ ਸਕਦੇ ਆ, ਉਹਨਾਂ ਨਾਲ ਜਾ ਸਕਦੇ ਆ ਗੁਰਪ੍ਰੀਤ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਔਰਤਾਂ ਦੀ ਵੀ ਗੱਲ ਕੀਤੀ ਸੀਗੀ, ਯੂਪੀ ਦੀ ਗੱਲ ਕਰੀਏ ਤਾਂ ਪਹਿਲੀ ਸੂਚੀ ਦੇ ਵਿੱਚ 125 ਦੇ ਵਿੱਚੋਂ 50 ਔਰਤਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ। ਕਿ ਇਸ ਵਾਰ ਪੰਜਾਬ ਦੇ ਵਿੱਚ ਕਾਂਗਰਸ ਔਰਤਾਂ ਨੂੰ ਤਰਜੀਹ ਵੀ ਦੇ ਸਕਦੀ ਹੈ ਪਹਿਲੀ ਸੂਚੀ ਦੇ ਵਿੱਚ? ਦੇਖੋ, ਇਹਨਾਂ ਦਾ ਜਿਹੜਾ ਏਜੰਡਾ ਹੈ, ਖਾਸ ਤੌਰ ਤੇ ਜਿਵੇਂ ਪ੍ਰਿੰਕਾ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਦਿੱਤੇ ਸੀਗੇ, ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਚਾਹੇ ਯੂਪੀ ਹੋਵੇ ਚਾਹੇ ਬਾਕੀ ਸਟੇਟਾਂ ਹੋਣ, ਅਸੀਂ ਔਰਤਾਂ ਨੂੰ ਲਗਭਗ ਜਿੰਨਾ ਉਹਨਾਂ ਦਾ ਬਣਦਾ ਹੱਕ ਹੈ, ਅਸੀਂ 40% ਉਹਨਾਂ ਨੇ ਕਿਹਾ ਸੀਗਾ ਕਿ ਘੱਟੋ ਘੱਟ ਉਹਨਾਂ ਨੂੰ ਉਮੀਦਵਾਰ ਅਸੀਂ ਐਲਾਨਾਂਗੇ। ਸੋ ਜੇਕਰ ਇਹੀ ਫਾਰਮੂਲਾ ਯੂਪੀ ਵਾਲਾ ਫਾਰਮੂਲਾ ਪੰਜਾਬ ਦੇ ਉੱਤੇ ਲਾਗੂ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਔਰਤ ਉਮੀਦਵਾਰ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਤੁਸੀਂ ਦੇਖ ਸਕੋਗੇ। ਸੋ ਉਮੀਦ ਕਰਨੀ ਬਣਦੀ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ ਅੱਧਾ ਜਿਹੜਾ ਹਿੱਸਾ ਹੈ ਉਹ ਸਾਡੇ ਸਮਾਜ ਦੇ ਵਿੱਚ ਔਰਤਾਂ ਦਾ ਹੈ, ਔਰ ਪੋਲੀਟੀਕਲ ਸਿਆਸਤ ਦੇ ਵਿੱਚ ਔਰਤਾਂ ਬਹੁਤ ਘੱਟ ਨਜ਼ਰ ਆਉਂਦੀਆਂ ਨੇ, ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਪਾਂ ਕਹਿ ਸਕਦੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਬਹੁਤ ਘੱਟ, ਯਾਨੀ ਕਿ ਉਹਨਾਂ ਨੂੰ ਜਿੰਨੀ ਪਰਸੈਂਟੇਜ ਉਹ ਹੱਕਦਾਰ ਨੇ ਉਹ ਵੀ ਉਹਨਾਂ ਨੂੰ ਟਿਕਟਾਂ ਜਿਹੜੀਆਂ ਨੇ ਨਹੀਂ ਦਿੱਤੀਆਂ ਜਾਂਦੀਆਂ। ਸੋ ਉਮੀਦ ਕਰਨੀ ਬਣਦੀ ਹੈ ਕਾਂਗਰਸ ਤੋਂ ਘੱਟੋ ਘੱਟ, ਕਿ ਉਹ ਪੁਰਾਣੀ ਪਾਰਟੀ ਹੈ ਔਰ ਇਹ ਗੱਲ ਕਹਿ ਚੁੱਕੀ ਹੈ, ਖਾਸ ਤੌਰ ਤੇ ਪ੍ਰਿੰਕਾ ਜੀ ਇਸ ਗੱਲ ਨੂੰ ਬਾਰ-ਬਾਰ ਦੁਹਰਾ ਚੁੱਕੇ ਨੇ ਕਿ ਅਸੀਂ ਔਰਤਾਂ ਦੀ ਰਾਖੀ ਦੇ ਲਈ ਜਾਂ ਔਰਤਾਂ ਦਾ ਜੋ ਸਤਿਕਾਰ ਹੈ ਜਾਂ ਔਰਤਾਂ ਦਾ ਜੋ ਹੱਕ ਨੇ ਉਹਨਾਂ ਦੀ ਬਹਾਲੀ ਦੇ ਲਈ ਅਸੀਂ ਕੰਮ ਕਰਦੇ ਨਜ਼ਰ ਆਵਾਂਗੇ। ਸੋ ਇਸ ਕਰਕੇ ਜਿਵੇਂ ਉਹਨਾਂ ਨੇ ਯੂਪੀ ਦੇ ਵਿੱਚ ਕੀਤਾ ਹੈ ਕਿ ਲਗਭਗ 30-35% ਉਹਨਾਂ ਨੇ ਔਰਤਾਂ ਨੂੰ ਸੀਟਾਂ ਦਿੱਤੀਆਂ ਨੇ, ਔਰ ਇਹੀ ਫਾਰਮੂਲਾ ਜਿਹੜਾ ਹੈਗਾ ਆਪਾਂ ਕਾਂਗਰਸ ਨੂੰ ਪੰਜਾਬ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ ਗੁਰਪ੍ਰੀਤ ਜੀ। ਬਿਲਕੁਲ, ਇਹ ਦੇਖਣਾ ਹੋਵੇਗਾ ਕਿ ਪਹਿਲੀ ਸੂਚੀ ਦੇ ਵਿੱਚ ਜੇਕਰ ਜਿਵੇਂ ਗੱਲ ਸਾਹਮਣੇ ਆ ਰਹੀ ਹੈ ਕਿ 70 ਉਮੀਦਵਾਰਾਂ ਦੀ ਪਹਿਲੀ ਸੂਚੀ ਹੈ ਕਰੀਬ, ਉਹ ਜਾਰੀ ਹੋ ਸਕਦੀ ਹੈ, ਉਸ ਦੇ ਵਿੱਚ ਕਿੰਨੀਆਂ ਔਰਤਾਂ ਉਮੀਦਵਾਰ ਹੁੰਦੀਆਂ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ। ਤੇ ਇੱਕ ਮੇਰਾ ਸਵਾਲ ਡਾਕਟਰ ਸਾਹਿਬ, ਕਿ ਚਰਨਜੀਤ ਸਿੰਘ ਚੰਨੀ ਇਸ ਵਾਰ ਆਦਮਪੁਰ ਤੇ ਚਮਕੌਰ ਸਾਹਿਬ ਦੋ ਥਾਵਾਂ ਤੋਂ ਚੋਣ ਲੜਨਗੇ? ਜੀ, ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਚਮਕੌਰ ਸਾਹਿਬ ਤੋਂ ਉਹਨਾਂ ਦੀ ਪੱਕੀ, ਕਿਉਂਕਿ ਆਪਣਾ ਇਲਾਕਾ ਹੈ, ਆਪਾਂ ਸਾਰੇ ਜਾਣਦੇ ਹਾਂ, ਉਹ ਏਰੀਆ ਜਿਹੜਾ ਹੈਗਾ ਉਹ ਲਗਾਤਾਰ ਜਿੱਥੇ ਉਹ ਜੰਮੇ ਪਲੇ ਨੇ ਔਰ ਸੀਟਾਂ ਜਿੱਤਦੇ ਰਹੇ ਨੇ, ਬਾਰ-ਬਾਰ ਉਹਨਾਂ ਨੇ ਜਿੱਤੀਆਂ ਨੇ ਆਪਣੀਆਂ ਸੀਟਾਂ, ਕਿਉਂਕਿ ਇਸ ਵਾਰੀ ਕੰਮ ਵੀ ਉਹਨਾਂ ਨੇ ਜਿਹੜੇ ਨੇ ਚਾਹੇ ਐਲਾਨ ਦੇ ਤੌਰ ਤੇ ਕੀਤੇ ਨੇ, ਪਰ ਇੱਕ ਕਿਸਮ ਦਾ ਫਰਕ ਤੁਹਾਨੂੰ ਜ਼ਰੂਰ ਨਜ਼ਰ ਆਇਆ ਹੈ, ਖਾਸ ਤੌਰ ਤੇ ਜਦੋਂ ਅਸੀਂ ਕੈਪਟਨ ਸਾਹਿਬ ਦੀ ਪਾਰੀ ਵੇਖਦੇ ਹਾਂ ਔਰ ਚੰਨੀ ਸਾਹਿਬ ਦੀ 101 ਦਿਨਾਂ ਦੀ ਪਾਰੀ ਵੇਖਦੇ ਹਾਂ ਤਾਂ ਲਾਜ਼ਮੀ ਤੌਰ ਤੇ ਵੱਡੇ ਫਰਕ ਤੁਹਾਨੂੰ ਇਹਦੇ ਵਿੱਚ ਨਜ਼ਰ ਆਉਣਗੇ। ਸੋ ਜੇਕਰ ਉਸ ਚੀਜ਼ ਨੂੰ ਕੈਸ਼ ਕਰਨਾ ਚਾਹੁੰਦੇ ਨੇ,
ਆਪਣੇ ਫਰਕਾਂ ਨੂੰ ਕਿ ਉਹ ਦੱਸਣਾ ਚਾਹੁੰਦੇ ਨੇ ਲੋਕਾਂ ਨੂੰ ਕਿ ਮੈਂ ਇਹ ਕੰਮ ਕੀਤੇ ਨੇ, ਤਾਂ ਉਹਨਾਂ ਨੂੰ ਆਪਣੇ ਇਲਾਕੇ ਤੋਂ ਹੀ ਜਿਹੜੀ ਹੈਗੀ ਹੈ ਜਿੱਤਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਪਰ ਉਹ ਇੱਕ ਜਿਵੇਂ ਦੱਸਿਆ ਜਾ ਰਿਹਾ ਕਿ ਰਿਸਕ ਨਹੀਂ ਲੈਣਾ ਚਾਹੁੰਦੇ, ਇਸ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਦਮਪੁਰ ਜਲੰਧਰ ਸ਼ਹਿਰ ਦਾ ਏਰੀਆ ਜਿਹੜਾ ਪੈਂਦਾ ਹੈ, ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਹੈ, ਉਹਦੇ ਵਿੱਚ ਉਹ ਵੀ ਹੋ ਸਕਦਾ ਹੈ ਕਿ ਉਹ 2 ਥਾਵਾਂ ਤੋਂ ਟਿਕਟ ਲੜਨ। ਇਹ ਹੁਣ ਸਮਾਂ ਦੱਸੇਗਾ ਕਿ ਉਹ ਕਿੰਨਾ ਕੌਨਫੀਡੈਂਸ ਉਹਨਾਂ ਦੇ ਵਿੱਚ ਹੈ ਔਰ ਕਿੰਨਾ ਕੀ ਉਹ ਤਨਦੇਹੀ ਦੇ ਨਾਲ ਲੜਨਾ ਚਾਹੁੰਦੇ ਨੇ ਔਰ ਜਿੱਤਣਾ ਚਾਹੁੰਦੇ ਨੇ। ਇਹ ਤਾਂ ਹੁਣ ਲੋਕ ਹੀ ਡਿਸਾਈਡ ਕਰਨਗੇ ਕਿ ਦੋਵਾਂ ਥਾਵਾਂ ਦੇ ਉੱਤੋਂ ਉਹਨਾਂ ਨੂੰ ਟਿਕਟ ਜਿਹੜੀ ਹੈਗੀ ਹੈ ਮਿਲਦੀ ਹੈ ਜਾਂ ਨਹੀਂ। ਇਸ ਪਿਛਲੇ ਵਾਰੀ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਖੇਲ ਖੇਲਣ ਦੀ ਕੋਸ਼ਿਸ਼ ਕੀਤੀ ਸੀ। ਤੁਹਾਨੂੰ ਯਾਦ ਹੋਏਗਾ ਕਿ ਆਪਣੇ ਉਮੀਦਵਾਰਾਂ ਨੂੰ ਉਹ ਖਾਸ ਤੌਰ ਤੇ ਕੈਪਟਨ ਸਾਹਿਬ 2 ਥਾਵਾਂ ਤੋਂ ਲੜੇ ਸੀ, ਪਟਿਆਲਾ ਸ਼ਹਿਰੀ ਤੋਂ ਵੀ ਲੜੇ ਸੀਗੇ ਔਰ ਲੰਬੀ ਹਲਕੇ ਤੋਂ ਵੀ ਲੜੇ ਸੀਗੇ। ਔਰ ਇਸੇ ਤਰ੍ਹਾਂ ਉਮੀਦ ਇਹੀ ਕਰਨੀ ਬਣਦੀ ਹੈ ਕਿ ਇਸ ਵਾਰੀ ਚੰਨੀ ਸਾਹਿਬ ਕਿਉਂਕਿ ਵੱਡੇ ਚਿਹਰੇ ਨੇ ਕਾਂਗਰਸ ਦੇ ਵਿੱਚ, ਹੋ ਸਕਦਾ ਹੈ ਕਿ 2 ਥਾਵਾਂ ਤੋਂ ਉਹਨਾਂ ਨੂੰ ਲੜਾਇਆ ਜਾਵੇ। ਗੁਰਪ੍ਰੀਤ ਜੀ ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਪਹਿਲੀ ਸੂਚੀ ਜਾਰੀ ਹੁੰਦੀ ਹੈ ਜੇ ਕਾਂਗਰਸ ਪਾਰਟੀ ਦੀ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ, ਤਾਂ ਇਹ ਤਾਂ ਸੁਭਾਵਿਕ ਤੌਰ ਤੇ ਹੈ। ਤੇ ਕੀ ਉਹ ਹਲਚਲ ਕਾਂਗਰਸ ਨੂੰ ਇਹਨਾਂ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਵੀ ਪਹੁੰਚਾ ਸਕਦੀ ਹੈ? ਜੀ ਇਸੇ ਹਲਚਲ ਦੇ ਡਰ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਕਾਂਗਰਸ ਹਾਈ ਕਮਾਂਡ ਇਸ ਲਿਸਟ ਨੂੰ ਦੇਰ ਕਰ ਰਹੀ ਹੈ, ਲੇਟ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਕਿਵੇਂ ਨਾ ਕਿਵੇਂ ਬਚਾਇਆ ਜਾ ਸਕੇ ਇਸ ਸਾਰੀ ਪ੍ਰੋਬਲਮ ਨੂੰ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਹੀ ਇਹ ਲਿਸਟ ਜਾਰੀ ਹੋਏਗੀ, ਬਹੁਤ ਵੱਡਾ ਤੂਫਾਨ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਖੜਾ ਹੋਏਗਾ ਔਰ ਇੱਕ ਦੂਜੇ ਉੱਤੇ ਦੋਸ਼ ਪ੍ਰਤੀ ਦੋਸ਼ ਜਿਹੜੇ ਤੁਹਾਨੂੰ ਲੱਗਦੇ ਦਿਖਾਈ ਦੇਣਗੇ। ਤੁਸੀਂ ਥੋੜੀ ਜਿਹੀ ਹਲਚਲ ਹੋਈ ਸੀ ਮੋਗਾ ਦੇ ਵਿੱਚ, ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਕਿਵੇਂ ਮੋਗੇ ਦੇ ਵਿੱਚ ਕਿਵੇਂ ਇੱਕ ਜਦੋਂ ਉਹਨਾਂ ਨੇ ਨਵਾਂ ਕੈਂਡੀਡੇਟ ਲਿਆਂਦਾ ਤਾਂ ਉਹਨਾਂ ਉੱਥੋਂ ਤੁਸੀਂ ਦੇਖਿਆ ਕਿ ਕਿਵੇਂ ਇੱਕ ਬਹੁਤ ਵੱਡਾ ਵਿਰੋਧ ਡਾਕਟਰ ਕਮਲ ਹੋਰਾਂ ਦਾ ਤੁਹਾਨੂੰ ਨਜ਼ਰ ਆਇਆ ਹੋਏਗਾ। ਸੋ ਇਸੇ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਿਸਟ ਜਾਰੀ ਹੋਏਗੀ ਔਰ ਜਿਨ੍ਹਾਂ ਦੀ ਸੀਟ ਕੱਟੀ ਗਈ, ਜਿਨ੍ਹਾਂ ਦੀ ਕੁਰਸੀ ਖੁੱਸਦੀ ਨਜ਼ਰ ਆਏਗੀ, ਉਹ ਲਾਜ਼ਮੀ ਤੌਰ ਤੇ ਚੁੱਪ ਕਰਕੇ ਤਾਂ ਬੈਠਣਗੇ ਨਹੀਂ ਔਰ ਵੱਡੇ ਹਲਚਲ ਜਿਹੜੀ ਹੈਗੀ ਹੋਣ ਦੀਆਂ ਸੰਭਾਵਨਾਵਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਣਗੀਆਂ। ਸੋ ਇਸੇ ਕਰਕੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਹਾਈ ਕਮਾਂਡ ਬਹੁਤ ਫੂਕ ਕੇ ਕਦਮ ਚੁੱਕ ਰਹੀ ਹੈ ਔਰ ਉਹਨਾਂ ਨੂੰ ਵੀ ਇਹ ਡਰ ਹੈ ਕਿ ਜੇਕਰ ਅਸੀਂ ਇਦਾਂ ਦੀਆਂ ਸੀਟਾਂ ਕੱਟੀਆਂ ਔਰ ਨਵੇਂ ਬੰਦੇ ਲਿਆਂਦੇ, ਨੌਜਵਾਨ ਜਾਂ ਜਿਵੇਂ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ, ਔਰ ਜੇਕਰ ਇਹ ਆਉਂਦੇ ਨੇ ਤਾਂ ਇਹਦੇ ਨਾਲ ਕਾਫੀ ਜਿਹੜਾ ਹੈਗਾ ਬਹੁਤ ਵੱਡੀਆਂ ਤਬਦੀਲੀਆਂ ਕਾਂਗਰਸ ਦੇ ਵਿੱਚ ਤਰਥੱਲੀ ਮਚਣ ਦੀ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ ਨੇ। ਗੁਰਪ੍ਰੀਤ ਜੀ ਬਿਲਕੁਲ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਭਾਜਪਾ ਦੀ ਗੱਲ ਕਰ ਲੈਂਦੇ ਹਾਂ, ਭਾਜਪਾ ਦੇ ਨਾਲ ਜਿਹੜਾ ਗੱਠਜੋੜ ਹੈ 2 ਪਾਰਟੀਆਂ ਦਾ, ਉਸ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਉਹਨਾਂ ਦੀ ਪਾਰਟੀ ਹੈ ਤੇ ਉਹਨਾਂ ਦੀ ਕਿਤੇ ਨਾ ਕਿਤੇ ਸਹਿਮਤੀ ਨਹੀਂ ਬਣ ਪਾ ਰਹੀ ਸੀਟ ਸ਼ੇਅਰਿੰਗ ਨੂੰ ਲੈ ਕੇ। ਤੁਸੀਂ ਕੀ ਕਾਰਨ ਸਮਝਦੇ ਹੋ? ਉਹਦੇ ਵੱਡੇ ਕਾਰਨ ਇਹੀ ਨੇ ਗੁਰਪ੍ਰੀਤ ਜੀ ਕਿ ਕੈਪਟਨ ਸਾਹਿਬ ਪਟਿਆਲੇ ਦੀਆਂ ਸਾਰੀਆਂ ਜਿਹੜੀਆਂ ਲੋਕ ਸਭਾ ਹਲਕੇ ਦੇ ਵਿੱਚ ਸੀਟਾਂ ਪੈਂਦੀਆਂ ਨੇ, ਉਹ ਸਾਰੀਆਂ ਸੀਟਾਂ ਉਹ ਖੁਦ ਆਪਣੀ ਪਾਰਟੀ ਵੱਲੋਂ ਹੀ ਲੜਨਾ ਚਾਹੁੰਦੇ ਨੇ। ਔਰ ਦੂਜੀ ਗੱਲ, ਉਹ ਇਸ ਗੱਲ ਦਾ ਇੰਤਜ਼ਾਰ ਕਰਨਾ ਚਾਹੁੰਦੇ ਨੇ ਕਿ ਜੋ ਹੀ ਜਿਵੇਂ ਆਪਾਂ ਪਹਿਲਾਂ ਗੱਲ ਦੱਸੀ ਆਪਣੇ ਦਰਸ਼ਕਾਂ ਨੂੰ ਕਿ ਜੇਕਰ ਕਾਂਗਰਸ ਹਾਈ ਕਮਾਂਡ ਜਿਹੜੀ ਹੈਗੀ ਹੈ ਲਿਸਟ ਜਾਰੀ ਕਰਦੀ ਹੈ ਤਾਂ ਉਸ ਲਿਸਟ ਤੋਂ ਬਾਅਦ ਹੀ ਜਿਹੜੀ ਹੈ ਬੀਜੇਪੀ ਔਰ ਕਾਂਗਰਸ ਆਪਣੀ ਲਿਸਟ ਜਾਰੀ ਕਰੇ, ਯਾਨੀ ਕਿ ਕੈਪਟਨ ਸਾਹਿਬ ਦੀ ਜਿਹੜੀ ਕਾਂਗਰਸ ਹੈ ਉਹ ਜਾਰੀ ਕਰੇਗੀ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਇਸ ਗੱਲ ਦੀ ਇੰਤਜ਼ਾਰ ਦੇ ਵਿੱਚ ਨੇ ਕਿ ਜੋ ਹੀ ਕਾਂਗਰਸ ਦੇ ਰੁੱਸੇ ਹੋਏ ਵਿਧਾਇਕ ਜਾਂ ਜਿਹੜੇ ਸਿਟਿੰਗ ਐਮਐਲਏ ਹੋਣ, ਚਾਹੇ ਬਾਕੀ ਜਿਹੜੇ ਵੱਡੇ ਆਗੂ ਹੋਣ, ਜਦੋਂ ਉਹ ਕਾਂਗਰਸ ਤੋਂ ਰੁੱਸ ਜਾਣਗੇ, ਕਾਂਗਰਸ ਤੋਂ ਨਿਰਾਸ਼ ਹੋ ਜਾਣਗੇ ਤਾਂ ਉਹ ਸਾਡੇ ਨਾਲ ਆ ਸਕਦੇ ਆ। ਸੋ ਇਸ ਗੱਲ ਦੀ ਇੰਤਜ਼ਾਰ ਉਹ ਕਹਿਣਾ ਚਾਹੁੰਦੇ ਨੇ ਕਿ ਮੈਂ ਕਰਨੀ ਚਾਹੁੰਦਾ। ਦੂਜੀ ਵੱਡੀ ਜਿਹੜੀ ਹੈਗੀ ਗੱਲ ਉਹ ਕਹਿਣਾ ਚਾਹੁੰਦੇ ਨੇ ਕਿ ਪਟਿਆਲੇ ਦੇ ਹਲਕੇ ਜਿਹੜੇ ਨੇ, ਜਿੰਨੇ ਵੀ ਲੋਕ ਸਭਾ 9 ਹਲਕੇ ਨੇ ਪਟਿਆਲੇ ਦੇ, ਉਹ ਸਾਰੇ ਦੇ ਸਾਰੇ ਤੁਸੀਂ ਸਾਡੇ ਤੋਂ ਜਿਹੜੇ ਨੇ ਅਸੀਂ ਆਪਣੇ ਬੰਦੇ ਖੜੇ ਕਰਾਂਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਆਪਣਾ ਪ੍ਰਭਾਵ ਜਿਹੜਾ ਹੈਗਾ, ਚਾਹੇ ਉਹ ਪਟਿਆਲਾ ਸ਼ਹਿਰੀ ਹੋਵੇ, ਚਾਹੇ ਪਟਿਆਲਾ ਦਿਹਾਤੀ ਹੋਵੇ ਜਾਂ ਹੋਰ ਬਾਕੀ ਜਿਵੇਂ ਸਨੌਰ ਹੈ, ਘਨੌਰ ਹੈ ਔਰ ਪਾਤੜਾ ਹੈ, ਸ਼ਤਰਾਣਾ ਹੈ, ਇੱਦਾਂ ਦੇ ਇਲਾਕੇ ਜਿੱਥੇ ਉਹਨੂੰ ਲੱਗਦਾ ਹੈ ਕਿ ਮੇਰਾ ਪ੍ਰਭਾਵ ਜਾ ਸਕਦਾ ਹੈ, ਜਿੱਥੇ ਉਹਨਾਂ ਨੂੰ ਪਤਾ ਹੈ ਕਿ ਮੇਰੇ ਵਲੰਟੀਅਰ ਹੈਗੇ ਨੇ, ਤਾਂ ਉੱਥੇ ਆਪਣੀਆਂ ਸੀਟਾਂ ਨੂੰ ਉਹ ਜਿਹੜਾ ਹੈਗਾ ਦਾਅਵੇਦਾਰੀ ਪੇਸ਼ ਕਰਨਾ ਚਾਹੁੰਦੇ ਨੇ। ਸੋ ਉਮੀਦ ਹੈ ਕਿ ਉਹਨਾਂ ਦੀ ਗੱਲ ਜਿਹੜੀ ਹੈਗੀ ਹੈ ਬੀਜੇਪੀ ਮੰਨੇਗੀ ਔਰ ਜੇਕਰ ਨਹੀਂ ਮੰਨਦੀ ਤਾਂ ਵੀ ਕੋਈ ਬਹੁਤਾ ਦੇਖੋ ਫਰਕ ਪੈਣ ਵਾਲਾ ਨਹੀਂ ਹੈ। ਜੋ ਆਪਾਂ ਨੂੰ ਇਸ ਵੇਲੇ ਸਿਨੈਰੀਓ ਦਿਖ ਰਿਹਾ ਹੈ, ਜੋ ਮਾਹੌਲ ਬਣਿਆ ਹੋਇਆ ਹੈ, ਉਹ ਕੋਈ ਬਹੁਤਾ ਬੀਜੇਪੀ ਦੇ ਪੱਖ ਦੇ ਵਿੱਚ ਜਾਂ ਕੈਪਟਨ ਸਾਹਿਬ ਦੇ ਪੱਖ ਦੇ ਵਿੱਚ ਕੋਈ ਦਿਖਾਈ ਨਹੀਂ ਦੇ ਰਿਹਾ। ਪਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਜਿੱਤ ਜਾਾਂਗੇ, ਅਸੀਂ ਸੀਟਾਂ ਕੱਢ ਸਕਦੇ ਹਾਂ।
ਇਸ ਤਰ੍ਹਾਂ ਦੀ ਕੋਈ ਜਿਹੜਾ ਹੈਗਾ ਸੰਭਾਵਨਾਵਾਂ ਬਹੁਤੀਆਂ ਨਜ਼ਰ ਨਹੀਂ ਆ ਰਹੀਆਂ ਗੁਰਪ੍ਰੀਤ ਜੀ। ਬਿਲਕੁਲ, ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਜਿਹੜਾ ਪੇਚ ਕਹਿ ਸਕਦੇ ਆ ਉਹ ਸੀਟਾਂ ਦੀ ਗਿਣਤੀ ਨੂੰ ਲੈ ਕੇ ਨਹੀਂ ਬਲਕਿ ਇਸ ਤੇ ਲੈ ਕੇ ਫਸਿਆ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਵੱਡੇ ਜਿਹੜੇ ਸ਼ਹਿਰਾਂ ਦੀਆਂ ਟਿਕਟਾਂ ਨੇ ਜਾਂ ਪਟਿਆਲੇ ਦੀਆਂ ਸਾਰੀਆਂ ਸੀਟਾਂ ਨੇ ਉਹ ਉਹਨਾਂ ਨੂੰ ਦਿੱਤੀਆਂ ਜਾਣ। ਇਸ ਨੂੰ ਲੈ ਕੇ ਜਿਹੜਾ ਪੇਚ ਫਸਿਆ ਵਿਖਾਈ ਦੇ ਰਿਹਾ। ਤੇ ਡਾਕਟਰ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਵੱਡਾ ਚਿਹਰਾ ਸਨ ਪਹਿਲਾਂ, ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੀ ਆਪਣੀ ਪਾਰਟੀ ਹੈ। ਤਾਂ ਕੀ ਲੱਗਦਾ ਹੈ ਕਿ ਜਿਹੜੇ ਕੰਮਕਾਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਦੇ ਕਾਰਨ ਉਹਨਾਂ ਦੀ ਜਿਹੜੀ ਪਾਰਟੀ ਆ ਹੁਣ ਉਹ ਕਰੀਬ 30 ਸੀਟਾਂ ਤੇ ਆ ਗਈ ਆ? ਜੀ ਦੇਖੋ, ਇਹਦੇ ਨਾਲ ਕੰਮ ਦੇ ਨਾਲ ਹੀ ਆ ਸਾਰਾ ਕੁਝ। ਜੇਕਰ ਕੈਪਟਨ ਸਾਹਿਬ ਨੇ ਕੰਮ ਕੀਤੇ ਹੁੰਦੇ, ਪੰਜਾਬ ਦੇ ਵਿੱਚ ਵਿਚਰੇ ਹੁੰਦੇ ਉਹ, ਤਾਂ ਅੱਜ ਉਹਨਾਂ ਦੀ ਇਹ ਸਥਿਤੀ ਨਹੀਂ ਸੀ ਹੋਣੀ। ਅੱਜ ਉਹ ਕਾਂਗਰਸ ਦੇ ਵਿੱਚ ਹੀ ਹੋਣੇ ਸੀਗੇ ਔਰ ਮੁੱਖ ਮੰਤਰੀ ਹੀ ਹੋਣੇ ਸੀਗੇ। ਉਹਨਾਂ ਨੂੰ ਕਿਸੇ ਦੀ ਤਾਕਤ ਨਹੀਂ ਸੀਗੀ ਕਿ ਉਹਨਾਂ ਨੂੰ ਹਰਾ ਸਕਦਾ, ਪਰ ਉਹਨਾਂ ਨੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰਿਆ। ਉਹਨਾਂ ਨੇ ਆਪਣੀ ਹਰਕਤ ਬੰਦ ਕੀਤੀ ਔਰ ਪੰਜਾਬ ਦੇ ਵਿੱਚੋਂ ਆਉਣਾ ਬੰਦ ਕੀਤਾ। ਆਪਣੇ ਜਿਹੜਾ ਸੁਸ਼ਮਾ ਫਾਰਮ ਦੇ ਉੱਤੇ ਹੀ ਉਹ ਲਗਾਤਾਰ ਵਿਚਰਦੇ ਰਹੇ ਔਰ 4.5 ਸਾਲ ਲਗਭਗ ਉਹ ਉੱਥੇ ਰਹੇ। ਔਰ ਪੰਜਾਬ ਦੇ ਵਿੱਚ ਬਹੁਤ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੀਆਂ ਸਮੱਸਿਆਵਾਂ ਉਹਨਾਂ ਦਿਨਾਂ ਦੇ ਵਿੱਚ ਆਈਆਂ, ਚਾਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਆਪਾਂ ਗੱਲ ਕਰੀਏ ਜਾਂ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕਰੋਨਾ ਕਾਲ ਦਾ ਦੌਰ ਤੁਸੀਂ ਦੇਖੋ ਕਿ ਉਸ ਵੇਲੇ ਵੀ ਜਿਹੜਾ ਹੈਗਾ ਲੋਕ ਤਰ੍ਹਾਂ ਕਰ ਰਹੇ ਸੀਗੇ। ਔਰ ਇਸ ਤੋਂ ਇਲਾਵਾ ਵੱਡੇ ਜਿਹੜੇ ਉਹਨਾਂ ਨੇ ਵਾਅਦੇ ਕਰਤੇ ਸੀਗੇ, ਘਰ ਨੌਕਰੀ ਦਾ ਵਾਅਦਾ, ਕਿਸਾਨਾਂ ਦੀ ਕਰਜ਼ਾ ਮਾਫੀ ਦਾ ਵਾਅਦਾ, ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਫੜ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਾਂਗਾ। ਸੋ ਇਸ ਤਰ੍ਹਾਂ ਦੇ ਵਾਅਦੇ ਜਦੋਂ ਪੂਰੇ ਨਹੀਂ ਹੋ ਸਕੇ, ਅੱਜ ਵੀ ਆਪਾਂ ਸਾਰੇ ਦੇਖਦੇ ਹਾਂ ਕਿਸਾਨੀ ਦੀਆਂ ਸਮੱਸਿਆਵਾਂ ਵੀ ਉੱਥੇ ਹੀ ਨੇ, ਨੌਜਵਾਨਾਂ ਦੀਆਂ ਸਮੱਸਿਆਵਾਂ ਸੇਮ ਹੀ ਨੇ ਔਰ ਇਸੇ ਤਰ੍ਹਾਂ ਨਸ਼ਾ ਤਸਕਰੀ ਜਿਹੜਾ ਹੈਗਾ ਲਗਾਤਾਰ ਇਹ ਸਮੱਸਿਆਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ। ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਇਸ ਵੇਲੇ ਉਹ ਕੰਮਾਂ ਦਾ ਜਿਹੜੇ ਹੈਗੀ ਲਿਸਟ ਉਹ ਮੰਗ ਰਹੇ ਨੇ, ਹਿਸਾਬ ਮੰਗ ਰਹੇ ਨੇ ਕਿ ਦੱਸੋ ਤੁਸੀਂ ਕਿਹੜਾ ਕੰਮ ਕੀਤਾ ਹੈ। ਸੋ ਇਹੀ ਕਾਰਨ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਜੋ ਕਿਸੇ ਵੇਲੇ ਇਮੇਜ ਸੀਗੀ 17 ਦੇ ਵਿੱਚ ਜਾਂ 19 ਦੀਆਂ ਚੋਣਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਉਹਦੇ ਉੱਤੇ ਬਹੁਤ ਵੱਡੇ ਡੈਂਟ ਜਿਹੜੇ ਨੇ ਪੈ ਚੁੱਕੇ ਨੇ। ਔਰ ਉਮੀਦ ਇਹ ਲੱਗਦੀ ਹੈ ਕਿ ਇਹਨਾਂ ਨੂੰ ਜਿਹੜਾ ਹੈਗਾ ਇਸ ਡੈਂਟ ਦੇ ਵਿੱਚੋਂ, ਇਸ ਸੰਕਟ ਦੇ ਵਿੱਚੋਂ ਕੋਈ ਬਹੁਤੀਆਂ ਸੰਭਾਵਨਾਵਾਂ ਨਿਕਲਣ ਦੀਆਂ ਨਜ਼ਰ ਨਹੀਂ ਆ ਰਹੀਆਂ ਗੁਰਪ੍ਰੀਤ ਜੀ। ਬਿਲਕੁਲ ਜੀ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਆਪਾਂ ਇਹਦੇ ਨਾਲ ਹੀ ਗੱਠਜੋੜ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਸਹਿਮਤੀ ਹੈ ਜਿਹੜੀ ਕਿਤੇ ਨਾ ਕਿਤੇ 12 ਤੋਂ 15 ਸੀਟਾਂ ਦੇ ਬਣਦੀ ਵਿਖਾਈ ਦੇ ਰਹੀ ਹੈ। ਤੇ ਜੇਕਰ ਬ੍ਰਹਮਪੁਰਾ ਹੋਣੀ, ਰਣਜੀਤ ਸਿੰਘ ਬ੍ਰਹਮਪੁਰਾ ਹੋਣੀ ਅੱਜ ਇਸ ਪਾਰਟੀ ਦੇ ਵਿੱਚ ਹੁੰਦੇ ਤੇ ਉਧਰ ਸੇਵਾ ਸਿੰਘ ਸੇਖਵਾਂ ਦਾ ਪਰਿਵਾਰ ਵੀ ਇਸ ਪਾਰਟੀ 'ਚ ਹੁੰਦਾ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਯੁਕਤ ਹੈ ਉਹ ਗੱਠਜੋੜ ਕਰਦਾ? ਦੇਖੋ, ਉਹ ਸੰਯੁਕਤ ਤਾਂ ਲਗਭਗ ਮੇਰਾ ਖਿਆਲ ਹੈ ਕਿ ਕਰ ਲੈਂਦਾ ਹੀ ਹੈ, ਉਹਨਾਂ ਨੇ ਲਿਆ ਹੀ ਹੈ। ਔਰ ਇਸ ਕਰਕੇ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਸਾਂਝੇ ਤੌਰ ਤੇ ਹੀ ਉਹਨਾਂ ਨੇ ਚੋਣਾਂ ਲੜਦੀਆਂ ਨੇ। ਔਰ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਢੀਂਡਸਾ ਸਾਹਿਬ ਦੀ ਮੁਲਾਕਾਤ ਲਗਾਤਾਰ ਅਮਿਤ ਸ਼ਾਹ ਜੀ ਨਾਲ ਹੋ ਰਹੀ ਹੈ ਔਰ ਉਹਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਹੈਗਾ ਫਾਰਮੂਲਾ ਜ਼ਰੂਰ ਨਿਕਲੇਗਾ ਔਰ ਆਪਣੀਆਂ ਜਿਹੜੀਆਂ ਟਿਕਟਾਂ ਨੇ ਉਹ ਲਗਭਗ 10-12 ਜਿੰਨੀਆਂ ਵੀ ਉਹ ਚਾਹੁੰਦੇ ਨੇ ਉਹਦੇ ਉੱਤੇ ਸਹਿਮਤੀ, ਕਿਉਂਕਿ 6 ਮੈਂਬਰ ਦੀ ਕਮੇਟੀ ਆਲਰੇਡੀ ਇਹਨਾਂ ਦੀਆਂ ਤਿੰਨਾਂ ਪਾਰਟੀਆਂ ਦੀ ਵੱਖ-ਵੱਖ ਬਣ ਚੁੱਕੀ ਹੈ ਔਰ ਉਹਨਾਂ ਨੇ ਹੀ ਫੈਸਲਾ ਕਰਨਾ ਹੈ। ਔਰ ਬਹੁਤ ਛੇਤੀ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਢੀਂਡਸਾ ਸਾਹਿਬ ਜਾਂ ਸੰਯੁਕਤ ਅਕਾਲੀ ਦਲ ਜਿਹੜਾ ਹੈਗਾ ਕੋਈ ਟਿਕਟਾਂ ਦੇ ਬਾਰੇ ਕੋਈ ਜਾਂ ਉਮੀਦਵਾਰਾਂ ਦੇ ਬਾਰੇ ਕੋਈ ਫਸੇਗਾ, ਕੋਈ ਸਟੈਂਡ ਲਏਗਾ ਵੱਖਰਾ, ਕੋਈ ਇਦਾਂ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਜਿੰਨੀਆਂ ਕਿ ਉਹਨਾਂ ਨੂੰ ਟਿਕਟਾਂ ਮਿਲਣਗੀਆਂ, ਜਿੰਨਿਆਂ ਦੇ ਉੱਤੇ ਉਹਨਾਂ ਦੀ ਆਪਣੇ ਉਮੀਦਵਾਰ ਖੜੇ ਕਰਨੇ ਆ, ਜਿੰਨੇ ਕੁ ਉਹਨਾਂ ਕੋਲੇ ਲੋਕ ਹੈਗੇ ਨੇ, ਚੰਗੇ ਲੋਕਾਂ ਨੂੰ ਲੱਗਦਾ ਹੈ ਕਿ ਜਿੱਤਣ ਵਾਲੇ ਹੈਗੇ ਆ, ਉਹਨੇ ਕੁ ਨੂੰ ਉਹਨਾਂ ਨੇ ਟਿਕਟਾਂ ਦੇ ਉੱਤੇ ਹਾਂ ਜਿਹੜੀ ਹੈਗੀ ਆ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ 10 ਤੋਂ ਲੈ ਕੇ 15 ਸੀਟਾਂ ਉਹਨਾਂ ਨੂੰ ਜ਼ਰੂਰ ਮਿਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਬਿਲਕੁਲ ਡਾਕਟਰ ਸਾਹਿਬ, ਇਹ ਦੇਖਣਾ ਹੋਵੇਗਾ ਕਿ ਕਿੰਨੀਆਂ ਸੀਟਾਂ ਦੇ ਉੱਤੇ ਜਿਹੜੀ ਪੂਰੀ ਤੌਰ ਤੇ ਸਹਿਮਤੀ ਬਣਦੀ ਹੈ ਤੇ ਉਸ ਤੋਂ ਬਾਅਦ ਉਮੀਦਵਾਰ ਨੇ ਜਿਹੜੇ ਭਾਜਪਾ ਤੇ ਇਸ ਦੀਆਂ ਗੱਠਜੋੜ ਪਾਰਟੀਆਂ ਐਲਾਨਦੀ ਹੈ। ਤਾਂ ਅੱਜ 14 ਜਨਵਰੀ ਡਾਕਟਰ ਸਾਹਿਬ, ਤੇ ਅੱਜ ਤੋਂ ਪੂਰਾ 1 ਮਹੀਨੇ ਬਾਅਦ 14 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਿੰਗ ਹੋਣ ਜਾ ਰਹੀ ਹੈ। ਤਾਂ ਕਿਸ ਤਰ੍ਹਾਂ ਦੀ ਸਥਿਤੀ ਇਸ ਵਾਰ ਨਜ਼ਰ ਆ ਰਹੀ ਹੈ? ਜਿਸ ਤਰ੍ਹਾਂ ਚੋਣ ਪ੍ਰਚਾਰ ਵੀ ਜਿਹੜਾ ਡਿਜੀਟਲ ਕਰ ਦਿੱਤਾ ਗਿਆ ਹੈ, ਤਾਂ ਕਿਵੇਂ ਦੇਖਦੇ ਹੋ ਇਹਨੂੰ ਸਾਰੇ ਨੂੰ? ਦੇਖੋ, ਇਹਦੇ ਵਿੱਚ ਇਹੀ ਹੈ ਕਿ ਇਹ ਬਹੁਤ ਵੱਡੀ ਆਪਾਂ ਸਾਰੇ ਜਾਣਦੇ ਹਾਂ ਕਿ ਮਹਾਮਾਰੀ ਹੈ ਔਰ ਇਸ ਮਹਾਮਾਰੀ ਕਰਕੇ ਆਪਾਂ ਸਾਰੇ ਪਿਛਲੇ ਸਾਲ ਦੇ ਵਿੱਚ ਬਹੁਤ ਵੱਡਾ ਇੱਕ ਸੰਕਟ ਭੋਗਿਆ ਹੈ। ਬਹੁਤ ਸਾਡੀਆਂ ਜਾਨਾਂ, ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਕਹਿ ਸਕਦੇ ਹਾਂ, ਚਾਹੇ ਪੰਜਾਬ ਦੀਆਂ ਨਹੀਂ ਪੂਰੀ ਦੁਨੀਆ ਦੀਆਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਇਹ ਮਹਾਮਾਰੀ ਫੈਲੀ ਹੈ
ਸੋ ਹੁਣ ਜੇਕਰ ਇਹ ਦੁਬਾਰਾ ਇਸ ਕਿਸਮ ਦਾ ਵੇਰੀਐਂਟ ਆਉਂਦਾ ਹੈ ਤਾਂ ਬਹੁਤ ਸਾਨੂੰ ਜ਼ਰੂਰੀ ਹੈ ਕਿ ਅਸੀਂ ਇਹਦਾ ਜਿਹੜਾ ਹੈਗਾ ਇਹਦੀ ਰੱਖਿਆਤਮਕ ਜਿਹੜਾ ਹੈਗਾ ਅਪਣਾਈਏ, ਆਪਣੇ ਆਪ ਨੂੰ ਸਹੀ ਰੱਖੀਏ, ਔਰ ਸਿਹਤ ਜੇ ਸਹੀ ਹੋਏਗੀ ਤਾਂ ਹੀ ਲੋਕਤੰਤਰ ਬਚੇਗਾ, ਕਿਉਂਕਿ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ। ਜੇ ਲੋਕ ਹੀ ਨਾ ਬਚੇ ਤਾਂ ਲੋਕਤੰਤਰ ਦਾ ਅਸੀਂ ਕੀ ਕਰਾਵਾਂਗੇ। ਸੋ ਇਸ ਕਰਕੇ ਇਲੈਕਸ਼ਨਾਂ ਦੇ ਵਿੱਚ ਬਹੁਤ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਸਿਹਤ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਡਾਕਟਰ ਸਾਹਿਬਾਨ ਕਹਿ ਰਹੇ ਨੇ ਉਹਨਾਂ ਦੇ ਮੁਤਾਬਕ ਅਸੀਂ ਜੋ ਉਹਨਾਂ ਦੇ ਵੱਲੋਂ ਨਸੀਹਤਾਂ ਸਾਨੂੰ ਦਿੱਤੀਆਂ ਜਾਣਗੀਆਂ, ਜੋ ਕਿਹਾ ਜਾਏਗਾ ਉਹਦੇ ਅਨੁਸਾਰ ਹੀ ਜਿਹੜਾ ਹੈਗਾ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਚੋਣ ਕਮਿਸ਼ਨਰ ਨੂੰ ਵੀ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਕਿ ਬਹੁਤਾ ਇਕੱਠ, ਰੈਲੀਆਂ ਦਾ ਵੱਡਾ ਇਕੱਠ ਜਿਹੜਾ ਹੈਗਾ ਪਹਿਲਾਂ ਹੁੰਦਾ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ, ਔਰ ਨੁੱਕੜ ਮੀਟਿੰਗਾਂ ਹੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਲੋਕਤੰਤਰ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਇਹਦੇ ਨਾਲ ਨਾ ਰੈਲੀਆਂ ਨਾਲ ਕੋਈ ਗੱਲ ਬਣਨੀ ਹੈ। ਸਾਰਿਆਂ ਨੂੰ ਪਤਾ ਹੁੰਦਾ ਹੈ, ਜਿਹੜੇ ਉਸ ਇਲਾਕੇ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਕਿਹੜਾ ਕਿਹੜਾ ਐਮਐਲਏ ਹੈ, ਉਹ ਕਿੱਦਾਂ ਦਾ ਹੈ, ਕਿੱਦਾਂ ਦਾ ਕੁਝ ਕਰ ਸਕਦਾ ਹੈ ਜਿਹੜਾ ਉਮੀਦਵਾਰ ਹੈ ਐਮਐਲਏ ਦਾ, ਔਰ ਕਿੱਦਾਂ ਦਾ ਨਹੀਂ ਹੈ। ਸੋ ਇਸ ਕਰਕੇ ਉਹਦੇ ਬਾਰੇ ਫੈਸਲਾ ਕਰਨਾ ਜਿਹੜਾ ਹੈਗਾ ਉਹ ਲੋਕ ਜਿਹੜੇ ਨੇ ਉਹ ਘਰੇ ਬੈਠ ਕੇ ਵੀ ਸੋਚ ਸਕਦੇ ਆ, ਇਹ ਨਹੀਂ ਕਿ ਬਾਹਰ ਰੈਲੀਆਂ ਦੇ ਵਿੱਚ ਇਕੱਠ ਕਰ ਕਰਕੇ ਜਿਹੜੇ ਹੈਗੇ ਲੋਕ ਜਾਣ। ਸੋ ਇਸੇ ਤਰ੍ਹਾਂ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਪੈਸੇ ਔਰ ਸ਼ਰਾਬ ਤੋਂ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਲੋਕ ਜਿਹੜੇ ਨੇ ਜਿਨ੍ਹਾਂ ਕੋਲੇ ਤਮਾਮ ਪੈਸਾ ਕਮਾਇਆ ਹੋਇਆ ਹੈ, ਅਰਬਾਂ ਖਰਬਾਂ ਪੈਸਾ ਹੈ, ਉਹ ਕੋਸ਼ਿਸ਼ ਕਰਦੇ ਆ ਰਾਤੋਂ ਰਾਤ ਕਿ ਪੈਸਾ ਵੀ ਵੰਡ ਦਿਓ, ਸ਼ਰਾਬਾਂ ਨਸ਼ੇ ਵੰਡੋ ਔਰ ਉਹਨਾਂ ਦੇ ਆਧਾਰ ਦੇ ਉੱਤੇ ਆਪਣੀਆਂ ਵੋਟਾਂ ਲਓ। ਇਸ ਤੋਂ ਬਹੁਤ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਚੀਜ਼ ਨੇ ਸਾਡੇ ਲੋਕਤੰਤਰ ਦਾ ਬਹੁਤ ਨੁਕਸਾਨ ਕੀਤਾ ਹੈ। ਔਰ ਆਪਾਂ ਜੇ ਦੇਖਦੇ ਹਾਂ ਕਿ ਹੁਣ ਤੱਕ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਸਾਡਾ ਲੋਕਤੰਤਰ ਕਿੱਥੇ ਪਹੁੰਚਿਆ, ਤਾਂ ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਜਿੱਥੇ ਪਹੁੰਚਣਾ ਚਾਹੀਦਾ ਸੀਗਾ ਅੱਜ ਅਸੀਂ ਬਾਕੀ ਮੁਲਕਾਂ ਤੋਂ ਇਸ ਲਈ ਪਿੱਛੇ ਆ, ਇਸ ਲਈ ਪਛੜ ਗਏ ਕਿਉਂਕਿ ਅਸੀਂ ਆਪਣੇ ਜਿਹੜੇ ਲੀਡਰ ਚੁਣਨੇ ਆ, ਆਪਣੇ ਨੇਤਾ ਚੁਣਨੇ ਆ, ਆਪਣੇ ਉਮੀਦਵਾਰ ਚੁਣਨੇ ਆ, ਉਹ ਅਸੀਂ ਉਸ ਕਿਸਮ ਦੇ ਨਹੀਂ ਚੁਣ ਸਕੇ ਜਿਹੜੇ ਸਾਨੂੰ ਆਪਣੀਆਂ ਜਿਹੜੀਆਂ ਸਾਡੀਆਂ ਬੁਨਿਆਦੀ ਸਮੱਸਿਆਵਾਂ ਨੇ, ਮੰਨ ਲਓ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਇਸ ਵੇਲੇ ਰੁਜ਼ਗਾਰ ਦੀਆਂ ਸਮੱਸਿਆਵਾਂ ਨੇ, ਹੈਲਥ ਦੀਆਂ ਸਮੱਸਿਆਵਾਂ ਨੇ, ਐਜੂਕੇਸ਼ਨ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ, ਉਹਨਾਂ ਦੇ ਉੱਤੇ ਉਹ ਖਰੇ ਨਹੀਂ ਉਤਰੇ। ਸੋ ਉਹਨਾਂ ਨੇ ਕੰਮ ਨਹੀਂ ਕੀਤਾ, ਜਿਹਦਾ ਨਤੀਜਾ ਆਪਾਂ ਅੱਜ ਸਾਡੀ ਨੌਜਵਾਨ ਪੀੜ੍ਹੀ ਇੱਥੋਂ ਛੱਡ ਕੇ ਬਾਹਰ ਜਾ ਰਹੀ ਹੈ। ਸੋ ਇਸ ਕਿਸਮ ਦੀ ਸਾਨੂੰ ਇਸ ਵਾਰੀ ਸੋਚਣ ਦੀ ਲੋੜ ਹੈ ਕਿ ਅਸੀਂ ਬਿਨਾਂ ਕਿਸੇ ਇਕੱਠ ਤੋਂ, ਬਿਨਾਂ ਕਿਸੇ ਪੈਸੇ ਤੋਂ, ਬਿਨਾਂ ਕਿਸੇ ਨਸ਼ੇ ਪੱਤੇ ਤੋਂ ਅਸੀਂ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਦੇ ਉੱਤੇ, ਯਾਨੀ ਕਿ ਜਿਹੜੇ ਸਾਨੂੰ ਲੱਗਦਾ ਹੈ ਕਿ ਚੰਗੇ ਲੋਕ ਨੇ, ਉਹਨਾਂ ਨੂੰ ਹੀ ਚੁਣੀਏ। ਸੋ ਇਹੀ ਆਪਣਾ ਆਪਣੇ ਦਰਸ਼ਕਾਂ ਨੂੰ ਅੱਜ ਦੇ ਇਸ ਮੌਕੇ ਦੇ ਉੱਤੇ, ਕਿਉਂਕਿ 1 ਮਹੀਨਾ ਪਿਆ ਹੈ, ਅਜੇ 1 ਮਹੀਨਾ ਪਹਿਲਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਵਾਰੀ ਜਿਹੜਾ ਹੈਗਾ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਚੋਣ ਹੋਏਗੀ ਔਰ ਵੱਖਰੀ ਤਰੀਕੇ ਦੇ ਨਾਲ ਹੋਏਗੀ। ਔਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੇ ਲਈ ਇਹ ਬਹੁਤ ਇੰਪੋਰਟੈਂਟ ਚੋਣ ਇਸ ਵਾਰੀ ਕਹੀ ਜਾ ਸਕਦੀ ਹੈ। ਗੁਰਪ੍ਰੀਤ ਜੀ, ਬਿਲਕੁਲ ਇਸ ਵਾਰ ਵੱਖਰੇ ਤੌਰ ਤੇ ਜਿਹੜੀ ਵੱਖਰੇ ਤਰੀਕੇ ਦੇ ਨਾਲ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ, ਕਿਉਂਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਕਰੋਨਾ ਮਹਾਮਾਰੀ ਦੇ ਚੱਲਦੇ ਜਿਹੜੀਆਂ ਡਿਜੀਟਲ ਪ੍ਰਚਾਰ ਕਰ ਦਿੱਤਾ ਕਿ ਵਰਚੁਅਲ ਤੌਰ ਤੇ ਪ੍ਰਚਾਰ ਹੋਏਗਾ, ਤੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੋਣ ਪ੍ਰਚਾਰ ਨੂੰ ਲੈ ਕੇ। ਹਾਲਾਂਕਿ ਵੋਟਾਂ ਦੇ ਵਿੱਚ 1 ਮਹੀਨਾ ਹਜੇ ਬਾਕੀ ਹੈ, ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਕਮਿਸ਼ਨ ਹੈ ਜਿਹੜਾ 15 ਤਰੀਕ ਤੱਕ ਤਾਂ ਰੈਲੀਆਂ ਤੇ ਫਿਜ਼ੀਕਲ ਰੈਲੀਆਂ ਤੇ ਰੋਕ ਲਗਾਈ ਹੋਈ ਹੈ, ਉਸ ਤੋਂ ਬਾਅਦ ਚੋਣ ਕਮਿਸ਼ਨ ਕੀ ਫੈਸਲਾ ਲੈਂਦਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਤੇ ਡਾਕਟਰ ਸਾਹਿਬ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ ਦੇ ਉੱਤੇ ਆਪਣੇ ਵਿਚਾਰ ਰੱਖੇ, ਵਿਚਾਰ ਚਰਚਾ ਕੀਤੀ ਤੇ तमाम ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਰਹਿਣਗੇ ਉਸ ਦੇ ਉੱਤੇ ਵੀ ਵਿਸਤਾਰਪੂਰਵਕ ਚਰਚਾ ਕੀਤੀ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਇਜਾਜ਼ਤ, ਧੰਨਵਾਦ।